ਹੈਲੋ ਡੀਅਰ ਸਟੂਡੈਂਟ। ਪਹਿਲਾਂ ਅਸੀਂ ਗੁਰਦਿਆਲ ਸਿੰਘ ਜੀ ਦੀ ਰਚਨਾ ਨਾਵਲ ਮੜੀ ਦਾ ਦੀਵਾ ਦੇ ਕਾਂਡ ਨੰਬਰ 13 ਤੱਕ ਰੀਡਿੰਗ ਕੰਪਲੀਟ ਕਰ ਚੁੱਕੇ ਹਾਂ ਅਤੇ ਅੱਜ ਅਸੀਂ ਕਾਂਡ ਨੰਬਰ 14 ਦੇ ਪੇਜ ਨੰਬਰ 92 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਾਂਡ ਨੰਬਰ 14 ਦੇ ਸਾਰ ਸੰਬੰਧੀ ਜਾਣਕਾਰੀ ਦੇਵਾਂਗੀ। ਓਕੇ ਬੇਟਾ, ਕਾਂਡ 14 ਸਾਡੀ ISC ਬੋਰਡ ਵੱਲੋਂ ਪ੍ਰਵਾਨਿਤ ਪੁਸਤਕ ਨਾਵਲ ਮੜੀ ਦਾ ਦੀਵਾ ਵਿੱਚੋਂ ਲਿਆ ਗਿਆ ਹੈ, ਜੋ ਕਿ ਗੁਰਦਿਆਲ ਸਿੰਘ ਜੀ ਦੀ ਸ਼ਾਹਕਾਰ ਰਚਨਾ ਹੈ। ਇਸ ਕਾਂਡ ਦੇ ਆਰੰਭ ਵਿੱਚ ਅਸੀਂ ਪੜ੍ਹਦੇ ਹਾਂ ਕਿ ਰੌਣਕੀ ਜਦੋਂ ਜਗਸੀਰ ਦੇ ਘਰ ਤੋਂ ਤੜਕਸਾਰ ਉੱਠ ਕੇ ਆਪਣੀ ਕੋਠੜੀ ਵੱਲ ਜਾਣ ਲੱਗਦਾ ਹੈ ਤਾਂ ਉਸ ਸਮੇਂ ਉਹ ਜਗਸੀਰ ਨੂੰ ਚਾਹ ਪੀਣ ਲਈ ਆਪਣੀ ਕੋਠੜੀ ਵੱਲ ਆਉਣ ਲਈ ਆਖਦਾ ਹੈ ਤੇ ਨਾਲ ਹੀ ਉਸ ਨੂੰ ਦਵਾਈ ਬੂਟੀ ਭਾਵ ਅਫੀਮ ਬਾਰੇ ਵੀ ਪੁੱਛਦਾ ਹੈ। ਉਸ ਸਮੇਂ ਜਗਸੀਰ ਰੌਣਕੀ ਨੂੰ ਮੁਸਕਰਾਉਂਦੇ ਹੋਏ ਦੱਸਦਾ ਹੈ ਕਿ ਉਸ ਨੂੰ ਰਾਤ ਨੂੰ ਸੁਪਨਾ ਆਇਆ ਸੀ ਕਿ ਉਸ ਦੀ ਪਤਨੀ ਸੰਤੋ ਨੇ ਉਸ ਨੂੰ ਪੱਗ ਨਾਲ ਬੰਨ੍ਹ ਕੇ ਸ਼ਤੀਰ ਦੇ ਨਾਲ ਲਮਕਾਇਆ ਹੋਇਆ ਸੀ। ਇਹ ਸੁਣ ਕੇ ਰੌਣਕੀ ਜਗਸੀਰ ਦੀ ਗੱਲ ਨੂੰ ਹਾਸੇ ਵਿੱਚ ਟਾਲ ਦਿੰਦਾ ਹੈ ਅਤੇ ਆਪਣੀ ਕੋਠੜੀ ਵੱਲ ਚਲਾ ਜਾਂਦਾ ਹੈ। ਰੌਣਕੀ ਦੇ ਜਾਣ ਮਗਰੋਂ ਜਗਸੀਰ ਕਈ ਦਿਨਾਂ ਦੇ ਬੇਹੇ ਪਾਣੀ ਨਾਲ ਮੂੰਹ ਹੱਥ ਧੋ ਕੇ ਅਤੇ ਆਪਣਾ ਕਸੀਆ ਚੁੱਕ ਕੇ ਬਾਹਰ ਨੂੰ ਤੁਰ ਪੈਂਦਾ ਹੈ। ਪਰ ਘਰ ਤੋਂ ਬਾਹਰ ਨਿਕਲਦਿਆਂ ਹੀ ਠੰਡੀ ਹਵਾ ਦੇ ਬੁੱਲੇ ਕਾਰਨ ਉਸ ਨੂੰ ਕਾਂਬਾ ਛਿੜ ਜਾਂਦਾ ਹੈ ਤੇ ਜਦੋਂ ਉਹ ਰੌਣਕੀ ਦੀ ਕੋਠੜੀ ਕੋਲ ਪਹੁੰਚਦਾ ਹੈ ਤਾਂ ਕੋਠੜੀ ਅੰਦਰ ਅੱਗ ਮੱਚਦੀ ਵੇਖ ਕੇ ਉਸ ਦਾ ਚਿੱਤ ਵੀ ਅੱਗ ਸੇਕਣ ਨੂੰ ਕਰਦਾ ਹੈ। ਇਸ ਲਈ ਉਹ ਕੋਠੜੀ ਦੇ ਅੰਦਰ ਚਲਾ ਜਾਂਦਾ ਹੈ। ਉਸ ਸਮੇਂ ਰੌਣਕੀ ਇੱਟਾਂ ਦੇ ਚੁੱਲ੍ਹੇ ਉੱਤੇ ਚਾਹ ਬਣਾ ਰਿਹਾ ਸੀ। ਜਦੋਂ ਜਗਸੀਰ ਨੇ ਫਿਰ ਸੰਤੋ ਦੀ ਗੱਲ ਛੇੜੀ ਤਾਂ ਉਸ ਸਮੇਂ ਰੌਣਕੀ ਨੇ ਬੇਸ਼ੱਕ ਬੇਪਰਵਾਹੀ ਜ਼ਾਹਰ ਕੀਤੀ, ਪਰ ਫਿਰ ਜਗਸੀਰ ਨੂੰ ਮਹਿਸੂਸ ਹੋ ਗਿਆ ਕਿ ਰੌਣਕੀ ਮਰਨ ਵੇਲੇ ਤੱਕ ਵੀ ਸੰਤੋ ਨੂੰ ਨਹੀਂ ਭੁਲਾ ਸਕਦਾ। ਉਹ ਸੋਚਦਾ ਹੈ ਕਿ ਉਸਨੇ ਦੂਸਰੀ ਵਾਰ ਰੌਣਕੀ ਕੋਲ ਸੰਤੋ ਦੀ ਗੱਲ ਛੇੜ ਕੇ ਚੰਗਾ ਨਹੀਂ ਕੀਤਾ, ਇਸ ਲਈ ਉਹ ਮੁੜ ਕੇ ਕੁਝ ਨਾ ਬੋਲਿਆ। ਉਸ ਸਮੇਂ ਰੌਣਕੀ ਨੇ ਚੁੱਲ੍ਹੇ ਉੱਤੇ ਰੱਖੇ ਦਾਖੀ ਰੰਗ ਦੇ ਉਬਲਦੇ ਹੋਏ ਪਾਣੀ ਵਿੱਚ ਕਿਸੇ ਦੇ ਘਰ ਤੋਂ ਮੰਗ ਕੇ ਲਿਆਂਦਾ ਦੁੱਧ ਪਾ ਦਿੱਤਾ ਤੇ ਉਬਲਦਾ ਹੋਇਆ ਗਾੜਾ ਪਾਣੀ ਇੱਕੋ ਵਾਰੀ ਥੱਲੇ ਬੈਠ ਗਿਆ। ਇਹ ਵੇਖ ਕੇ ਰੌਣਕੀ ਜਗਸੀਰ ਨੂੰ ਕਹਿੰਦਾ ਹੈ ਕਿ ਜਦੋਂ ਬੰਦਾ ਚਾਹ ਵਾਂਗ ਰਿੱਝਦਾ ਹੋਵੇ ਤਾਂ ਔਰਤ ਕੱਚੇ ਦੁੱਧ ਵਾਂਗ ਉਸ ਦੇ ਵਿੱਚ ਰਲ ਕੇ ਉਸ ਨੂੰ ਥੱਲੇ ਬਿਠਾ ਦਿੰਦੀ ਹੈ, ਪਰ ਜੇਕਰ ਬੰਦੇ ਦੀ ਜ਼ਿੰਦਗੀ ਵਿੱਚ ਔਰਤ ਨਾ ਹੋਵੇ ਤਾਂ ਉਹ ਮਾਰੂ ਚਾਹ ਵਾਂਗ ਰਿੱਝਦਾ ਰਹਿੰਦਾ ਹੈ। ਰੌਣਕੀ ਦੀਆਂ ਗੱਲਾਂ ਸੁਣ ਕੇ ਜਗਸੀਰ ਦੁਚਿੱਤੀ ਵਿੱਚ ਪੈ ਗਿਆ ਤੇ ਚਾਹ ਪੀ ਕੇ ਖੇਤ ਵੱਲ ਨੂੰ ਤੁਰ ਪਿਆ। ਕੁਝ ਧੁੱਪ ਦੇ ਨਿੱਘ ਕਰਕੇ ਤੇ ਕੁਝ ਅਫੀਮ ਤੇ ਚਾਹ ਦੇ ਅਮਲ ਕਰਕੇ ਉਸ ਦੇ ਹੱਥ ਪੈਰ ਨਿੱਘੇ ਨਿੱਘੇ ਹੋਣ ਲੱਗ ਪਏ। ਉਸ ਸਮੇਂ ਜਗਸੀਰ ਨੂੰ ਪਹਿਲਾਂ ਇਹ ਖਿਆਲ ਆਇਆ ਕਿ ਉਹ ਧਰਮ ਸਿੰਘ ਦੇ ਘਰ ਹੋ ਆਵੇ, ਪਰ ਉਸ ਦੇ ਮਨ ਵਿੱਚ ਆਪਣੇ ਖੇਤ ਨੂੰ ਵੇਖਣ ਦੀ ਇੰਨੀ ਲਾਲਸਾ ਸੀ ਕਿ ਉਹ ਖੇਤ ਪਹੁੰਚਣ ਲਈ ਕਾਹਲੀ ਕਦਮ ਪੁੱਟਣ ਲੱਗ ਪਿਆ। ਉਸ ਨੇ ਜਦੋਂ ਖੇਤ ਪਹੁੰਚ ਕੇ ਕਣਕਾਂ ਦੇ ਝੱਲ ਵਿੱਚ ਆਪਣੀ ਕਣਕ ਦੇ ਪੀਲੇ ਪਏ ਬੂਟੇ ਵੇਖੇ ਤਾਂ ਉਸ ਦਾ ਦਿਲ ਇੱਕੋ ਵਾਰ ਜ਼ੋਰ ਦੀ ਧੜਕਿਆ ਤੇ ਫਿਰ ਜਿਵੇਂ ਧੜਕਣ ਤੋਂ ਬੰਦ ਹੋ ਗਿਆ। ਉਸ ਦੇ ਖੇਤ ਵਿਚਲੀ ਕਣਕ ਦੇ ਬੂਟੇ ਥਾਂ ਤੋਂ ਪਸ਼ੂਆਂ ਨੇ ਮੁੱਛੇ ਹੋਏ ਸਨ। ਸਾਰਾ ਖੇਤ ਰੋੜ ਵਾਂਗ ਪੱਥਰ ਹੋਇਆ ਪਿਆ ਸੀ। ਨਾ ਕਿਸੇ ਨੇ ਪਾਣੀ ਲਗਾਇਆ ਸੀ ਤੇ ਨਾ ਕਿਸੇ ਨੇ ਗੋਡੀ ਕੀਤੀ ਸੀ, ਇਸ ਲਈ ਉਹ ਜ਼ਿਆਦਾ ਸਮੇਂ ਤੱਕ ਆਪਣੀ ਕਣਕ ਵੱਲ ਝਾਕ ਨਾ ਸਕਿਆ। ਫਿਰ ਉਹ ਜਦੋਂ ਉਧਰੋਂ ਨਿਗਾਹ ਹਟਾ ਕੇ ਨੀਵੀਂ ਪਾਉਣ ਲੱਗਾ ਤਾਂ ਉਸ ਨੂੰ ਇੱਕ ਡੂੰਘਾ ਟੋਆ ਦਿਖਾਈ ਦਿੱਤਾ। ਉਹ ਆਪਣਾ ਕਸੀਆ ਲੈ ਕੇ ਉਸ ਟੋਏ ਵਿੱਚ ਮਿੱਟੀ ਸੁੱਟਣ ਲੱਗ ਪਿਆ, ਪਰ ਇਹ ਟੋਆ ਭਰਨ ਵਿੱਚ ਹੀ ਨਹੀਂ ਆ ਰਿਹਾ ਸੀ। ਅੰਤ ਜਗਸੀਰ ਟੋਆ ਭਰ ਕੇ ਉਥੋਂ ਟਿੱਬੀ ਵੱਲ ਨੂੰ ਤੁਰ ਪਿਆ। ਉੱਥੇ ਉਹ ਬਿੰਦ ਕੁ ਖੜਾ ਰਿਹਾ ਤੇ ਫਿਰ ਵਾਪਸ ਮੁੜ ਆਇਆ। ਉਸ ਨੂੰ ਟੋਏ ਦੇ ਨੇੜੇ ਆਪਣੀ ਟਾਹਲੀ ਦੇ ਸੱਕ ਪਏ ਦਿਖਾਈ ਦਿੱਤੇ। ਉਸ ਨੇ ਉਹ ਸੱਕ ਆਪਣੀ ਪੱਗ ਦੇ ਲੜ ਬੰਨ੍ਹ ਲਏ ਅਤੇ ਗੰਢ ਸਿਰ ਤੇ ਰੱਖ ਕੇ ਪਿੰਡ ਵੱਲ ਨੂੰ ਤੁਰ ਪਿਆ। ਉਸ ਦੀ ਢਿੱਲੀ ਤੋਰ ਵੇਖ ਕੇ ਕੋਲੋਂ ਲੰਘਦੇ ਵਿਸਾਖੇ ਨੇ
ਉਸ ਨੂੰ ਟਿਚਕਰ ਕੀਤੀ, ਪਰ ਜਗਸੀਰ ਇਸ ਤਰ੍ਹਾਂ ਚੁੱਪ ਕੀਤਾ ਰਿਹਾ ਜਿਵੇਂ ਉਸ ਨੂੰ ਕੁਝ ਸੁਣਿਆ ਹੀ ਨਾ ਹੋਵੇ। ਜਗਸੀਰ ਦੇ ਅਜਿਹੇ ਰਵੱਈਏ ਨੂੰ ਵੇਖ ਕੇ ਵਿਸਾਖੇ ਨੇ ਉਸ ਨੂੰ ਮੰਦੇ ਸ਼ਬਦ ਬੋਲੇ। ਉਸ ਸਮੇਂ ਜਗਸੀਰ ਨੇ ਬੇਸ਼ੱਕ ਵਿਸਾਖੇ ਦੇ ਹੌਲੀ ਹੌਲੀ ਬੋਲੇ ਸ਼ਬਦ ਸੁਣ ਵੀ ਲਏ ਸਨ, ਪਰ ਉਹ ਮੂੰਹੋਂ ਕੁਝ ਨਾ ਬੋਲਿਆ, ਕਿਉਂਕਿ ਉਸ ਦੀਆਂ ਅੱਖਾਂ ਵਿੱਚ ਕਣਕ ਦੇ ਪੱਤਿਆਂ ਦੀਆਂ ਨੋਕਾਂ ਦੀ ਚੋਭ ਵਧੇਰੇ ਰੜਕ ਰਹੀ ਸੀ। ਓਕੇ ਬੇਟਾ, ਇਸ ਤੋਂ ਬਾਅਦ ਅਸੀਂ ਪੇਜ ਨੰਬਰ 92 ਦੀ ਰੀਡਿੰਗ ਸ਼ੁਰੂ ਕਰਨੀ ਹੈ। ਸਭ ਤੋਂ ਪਹਿਲਾਂ ਅਸੀਂ ਇਸ ਦੇ ਔਖੇ ਸ਼ਬਦਾਂ ਦੇ ਅਰਥ ਡਿਸਕਸ ਕਰਾਂਗੇ। ਫਸਟ ਵਰਡ ਹੈ ਚਾਹ ਕਰਦੇ। ਚਾਹ ਕਰਦੇ ਮਤਲਬ ਚਾਹ ਬਣਾਉਣਾ, ਠੀਕ ਹੈ। ਨੈਕਸਟ ਦੇਖੋ ਸ਼ਤੀਰ। ਸ਼ਤੀਰ ਦਾ ਅਰਥ ਹੈ ਮੋਟੀ ਲੱਕੜ। ਅਗਲਾ ਸ਼ਬਦ ਹੈ ਖੀਸੇ, ਜੇਬ। ਲਿਫ ਗਈਆਂ, ਟੇਢੀਆਂ ਹੋ ਗਈਆਂ। ਖੋ ਜਿਹੀ ਪੈਂਦੀ, ਖੋ ਜਿਹੀ ਪੈਣਾ ਜਿਵੇਂ ਭੁੱਖ ਲੱਗਣੀ। ਉਧਰ ਗਿਆ, ਉਦਾਸ ਹੋ ਗਿਆ। ਨੈਕਸਟ ਵਰਡ ਹੈ ਤੌੜੇ। ਤੌੜੇ ਜਿਵੇਂ ਮਿੱਟੀ ਦਾ ਬਰਤਨ ਕੋਈ। ਦਸਤੇ। ਦਸਤੇ ਦਾ ਅਰਥ ਹੁੰਦਾ ਹੈ ਹੱਥਾ, ਠੀਕ ਹੈ। ਨੈਕਸਟ ਵਰਡ ਦੇਖੋ ਕਸੀਆ। ਕਸੀਆ ਦਾ ਅਰਥ ਹੈ ਮਿੱਟੀ ਪੁੱਟਣ ਦਾ ਇੱਕ ਸੰਦ। ਧੁੜਤੁੜੀ, ਕੰਬਣੀ। ਅਗਲਾ ਸ਼ਬਦ ਹੈ ਚਿੱਤ ਕੀਤਾ, ਮਨ ਕੀਤਾ। ਸਲਾਬੇ, ਗਿੱਲੇ। ਆਪ ਮੁਹਾਰਾ, ਆਪਣੇ ਆਪ, ਠੀਕ ਹੈ। ਇਸ ਤੋਂ ਬਾਅਦ ਅਸੀਂ ਪੇਜ ਨੰਬਰ 92 ਦੀ ਰੀਡਿੰਗ ਸ਼ੁਰੂ ਕਰਾਂਗੇ। ਦੇਖੋ ਪਹਿਲੇ ਫਸਟ ਪੈਰਾ। ਤੜਕਸਾਰ ਰੌਣਕੀ ਉੱਠ ਕੇ ਆਪਣੀ ਕੋਠੜੀ ਵੱਲ ਜਾਣ ਲੱਗਿਆ ਤਾਂ ਉਹਨੇ ਜਗਸੀਰ ਨੂੰ ਆਖਿਆ, ਮੈਂ ਚੱਲ ਕੇ ਚਾਹ ਕਰਦਾ, ਤੂੰ ਉੱਥੇ ਆ ਜੀ ਮੇਰੇ ਘਰੇ। ਕੁਝ ਰੁਕ ਕੇ ਉਸ ਫੇਰ ਪੁੱਛਿਆ, ਦਵਾਈ ਬੂਟੀ ਹੈ ਕਿ ਸਾਰੀ ਮੁਕਾਈ ਬੈਠਾ? ਹੁਣ ਦੇਖੋ ਬੇਟਾ, ਜਦੋਂ ਨੰਦੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਰੌਣਕੀ ਅਤੇ ਜਗਸੀਰ ਦੋਵੇਂ ਕਾਫੀ ਸਮਾਂ ਇਕੱਠੇ ਬਤੀਤ ਕਰਦੇ ਸਨ। ਅਤੇ ਇਸੇ ਤਰ੍ਹਾਂ ਇੱਕ ਰਾਤ ਰੌਣਕੀ ਜਦੋਂ ਉਸ ਦੇ ਘਰ ਰੁਕਿਆ ਹੋਇਆ ਸੀ ਤਾਂ ਉਹ ਤੜਕਸਾਰ ਉੱਠ ਕੇ ਆਪਣੀ ਕੋਠੜੀ ਵੱਲ ਜਾਣ ਲੱਗਦਾ ਹੈ ਅਤੇ ਨਾਲ ਹੀ ਜਗਸੀਰ ਨੂੰ ਆਖਦਾ ਹੈ ਕਿ ਉਹ ਕੋਠੜੀ ਜਾ ਕੇ ਚਾਹ ਬਣਾਉਂਦਾ ਹੈ, ਇਸ ਲਈ ਉਹ ਵੀ ਉਸ ਦੇ ਘਰ ਹੀ ਆ ਜਾਵੇ, ਠੀਕ ਹੈ। ਅਤੇ ਉਸ ਨੂੰ ਪੁੱਛਦਾ ਹੈ ਕਿ ਦਵਾਈ ਬੂਟੀ ਹੈ। ਹੁਣ ਦਵਾਈ ਬੂਟੀ ਦਾ ਇੱਥੇ ਕੀ ਅਰਥ ਹੈ ਕਿ ਉਹ ਜਗਸੀਰ ਨੂੰ ਅਫੀਮ ਬਾਰੇ ਪੁੱਛ ਰਿਹਾ ਹੈ, ਠੀਕ ਹੈ। ਨੈਕਸਟ ਦੇਖੋ, 2 ਕਮਾਵੇ ਹੋਣਗੇ ਮੰਜੀ 'ਤੇ ਪਿਆਈ, ਜਗਸੀਰ ਨੇ ਜਵਾਬ ਦਿੱਤਾ। ਇੱਕ ਹੱਥ ਨਾਲ ਰੌਣਕੀ ਆਪਣੀ ਪੱਗ ਸਿਰ 'ਤੇ ਵਲੇਟੀ ਜਾਂਦਾ ਸੀ ਅਤੇ ਦੂਜਾ ਉਹਨੇ ਖੀਸੇ ਨੂੰ ਪਾਇਆ ਹੋਇਆ ਸੀ। ਆਪਣੀਆਂ ਵਿੰਗੀਆਂ ਲੱਤਾਂ ਉਸ ਇੰਜ ਚੌੜੀਆਂ ਕੀਤੀਆਂ ਹੋਈਆਂ ਸਨ ਕਿ ਜਗਸੀਰ ਨੂੰ ਉਹ ਪੁਤਲੀਆਂ ਦੇ ਤਮਾਸ਼ੇ ਵਿੱਚ ਰਾਣੀ ਖਾਂ ਦੇ ਸਾਲੇ ਵਰਗਾ ਲੱਗਦਾ ਸੀ। ਇਹ ਰਾਣੀ ਖਾਂ ਦੇ ਸਾਲੇ ਵਾਲੀ ਗੱਲ ਪਤਾ ਨਹੀਂ ਕਿੰਜ ਜਗਸੀਰ ਨੂੰ ਯਾਦ ਆ ਗਈ ਸੀ ਅਤੇ ਇਹ ਯਾਦ ਕਰਕੇ ਉਹਦੀ ਹਾਸੀ ਨਿਕਲ ਗਈ ਅਤੇ ਮੁਸਕਰਾਉਂਦਿਆਂ ਉਸ ਆਖਿਆ, ਰੌਣਕਾ, ਰਾਤ ਮੈਨੂੰ ਸੁਪਨਾ ਆਇਆ ਹੈ, ਜਾਣੀ ਤੇਰੀ ਸੰਤੋ ਆ ਗਈ ਅਤੇ ਉਹਨੇ ਤੇਰੀ ਪੱਗ ਸ਼ਤੀਰ ਨਾਲ ਬੰਨ੍ਹ ਕੇ ਤੈਨੂੰ ਛੱਤ ਨਾਲ ਲਮਕਾਤਾ। ਤੇਰਾ ਉਦੋਂ ਵੀ ਇੱਕ ਹੱਥ ਖੀਸੇ ਨੂੰ ਪਾਇਆ ਹੋਇਆ ਸੀ। ਹੁਣ ਦੇਖੋ ਬੇਟਾ, ਜਦੋਂ ਰੌਣਕੀ ਆਪਣੇ ਘਰ ਜਾਣ ਲੱਗਾ ਸੀ ਤਾਂ ਉਸ ਸਮੇਂ ਉਹ ਇੱਕ ਹੱਥ ਨਾਲ ਆਪਣੀ ਪੱਗ ਵਲੇਟ ਰਿਹਾ ਹੁੰਦਾ ਹੈ ਅਤੇ ਦੂਸਰਾ ਹੱਥ ਉਸਨੇ ਆਪਣੀ ਜੇਬ ਵਿੱਚ ਪਾਇਆ ਹੁੰਦਾ ਹੈ। ਅਤੇ ਜਦੋਂ ਜਗਸੀਰ ਰੌਣਕੀ ਦੀਆਂ ਵਿੰਗੀਆਂ ਹੋਈਆਂ ਲੱਤਾਂ ਨੂੰ ਵੇਖਦਾ ਹੈ ਤਾਂ ਉਸ ਨੂੰ ਉਸ ਦੀਆਂ ਲੱਤਾਂ ਪੁਤਲੀਆਂ, ਪੁਤਲੀਆਂ ਦਾ ਇੱਥੇ ਕੀ ਅਰਥ ਹੈ? ਪਪੇਟਸ, ਠੀਕ ਹੈ, ਪੁਤਲੀਆਂ ਵਾਂਗ ਲੱਗਦੀਆਂ ਹਨ। ਜਿਵੇਂ ਪੁਤਲੀਆਂ ਦੀਆਂ ਲੱਤਾਂ ਪਤਲੀਆਂ ਅਤੇ ਵਿੰਗੀਆਂ ਟੇਢੀਆਂ ਜਿਹੀਆਂ ਹੁੰਦੀਆਂ ਹਨ, ਠੀਕ ਹੈ, ਉਸੇ ਤਰ੍ਹਾਂ ਹੀ ਜਗਸੀਰ ਨੂੰ ਰੌਣਕੀ ਦੀਆਂ ਲੱਤਾਂ ਲੱਗ ਰਹੀਆਂ ਸਨ ਅਤੇ ਉਸ ਦੀਆਂ ਲੱਤਾਂ ਵੱਲ ਵੇਖ ਕੇ ਹੀ ਜਗਸੀਰ ਦਾ ਹਾਸਾ ਨਿਕਲ ਜਾਂਦਾ ਹੈ ਅਤੇ ਫਿਰ ਉਹ ਮੁਸਕਰਾਉਂਦੇ ਹੋਏ ਰੌਣਕੀ ਨੂੰ ਆਖਦਾ ਹੈ ਕਿ ਉਸ ਨੂੰ ਰਾਤ ਦੇ ਸਮੇਂ ਸੁਪਨਾ ਆਇਆ ਸੀ ਕਿ ਸੰਤੋ ਨੇ, ਸੰਤੋ ਹੁਣ ਇੱਥੇ ਕੌਣ ਹੈ? ਰੌਣਕੀ ਦੀ ਪਤਨੀ, ਠੀਕ ਹੈ, ਕਿ ਸੰਤੋ ਨੇ ਉਸ ਨੂੰ ਉਸ ਦੀ ਪੱਗ ਦੇ ਨਾਲ ਬੰਨ੍ਹ ਕੇ ਸ਼ਤੀਰ ਦੇ ਨਾਲ ਲਮਕਾਇਆ ਹੋਇਆ ਸੀ, ਠੀਕ ਬੇਟਾ। ਨੈਕਸਟ ਦੇਖੋ, ਜਗਸਿਆ ਹੁਣ ਤਾਂ ਆਪਣੀ ਜਾਨ ਹੀ ਇਸ ਡੱਬੀ 'ਚ ਰਹਿ ਗਈ। ਰੌਣਕੀ ਨੇ ਉਹਦੀ ਗੱਲ ਵੱਲ ਧਿਆਨ ਦਿੱਤੇ ਬਿਨਾਂ ਪੁੱਠੀ ਸਿੱਧੀ ਪੱਗ ਵਲੇਟ ਕੇ ਖੀਸੇ ਵਿੱਚੋਂ ਡੱਬੀ ਕੱਢਦਿਆਂ ਆਖਿਆ, ਅਜੇ ਤਾਂ ਖਾਸੀ ਹੈ, ਨਿਕਲ ਜਾਣਗੇ 5-7 ਦਿਨ। ਜਦੋਂ ਇੱਕ ਮਾਵਾ ਮੂੰਹ ਵਿੱਚ ਪਾ ਕੇ
ਰੌਣਕੀ ਨੇ ਡੱਬੀ ਖੀਸੇ ਵਿੱਚ ਪਾਈ ਤਾਂ ਉਹਦੀਆਂ ਨਿੱਕੀਆਂ ਅੱਖਾਂ ਵਿੱਚੋਂ ਇੱਕ ਤਸੱਲੀ ਝਲਕਦੀ ਸੀ। ਪਰ ਕੋਠੜੀਓਂ ਬਾਹਰ ਨਿਕਲਿਆ ਤਾਂ ਉਸਦੀਆਂ ਵਿੰਗੀਆਂ ਲੱਤਾਂ ਹੋਰ ਲਿਫ ਗਈਆਂ ਤੇ ਤੋਰ ਵਧੇਰੇ ਹੌਲੀ ਹੋ ਗਈ। ਉਹਨੂੰ ਜਗਸੀਰ ਦੀ ਸੁਪਨੇ ਵਾਲੀ ਗੱਲ ਦਾ ਖਿਆਲ ਅਸਲ ਵਿੱਚ ਹੁਣੇ ਹੀ ਆਇਆ ਸੀ। ਹੁਣ ਦੇਖੋ ਬੇਟਾ, ਇਸ ਤੋਂ ਬਾਅਦ ਰੌਣਕੀ ਜਗਸੀਰ ਨੂੰ ਅਫੀਮ ਦੀ ਡੱਬੀ ਵੱਲ ਇਸ਼ਾਰਾ ਕਰਦੇ ਹੋਏ ਆਖਦਾ ਹੈ ਕਿ ਹੁਣ ਤਾਂ ਉਸਦੀ ਜਾਨ ਹੀ ਇਸ ਡੱਬੀ ਵਿੱਚ ਰਹਿ ਗਈ ਹੈ, ਅਤੇ ਫਿਰ ਆਪਣੀ ਪੱਗ ਵਲੇਟਦੇ ਹੋਇਆਂ ਖੀਸੇ ਵਿੱਚੋਂ ਅਫੀਮ ਵਾਲੀ ਡੱਬੀ ਕੱਢਦੇ ਹੋਏ ਆਖਦਾ ਹੈ ਕਿ ਅਜੇ 5-7 ਦਿਨ ਇਸ ਅਫੀਮ ਨਾਲ ਨਿਕਲ ਜਾਣਗੇ। ਠੀਕ ਹੈ, ਤੇ ਇਸ ਤਰ੍ਹਾਂ ਇੱਕ ਮਾਵਾ ਮੂੰਹ ਵਿੱਚ ਪਾ ਲੈਂਦਾ ਹੈ। ਤੇ ਜਦੋਂ ਜਗਸੀਰ ਦੀ ਕੋਠੜੀ 'ਚੋਂ ਬਾਹਰ ਨਿਕਲਦਾ ਹੈ ਤਾਂ ਉਸ ਸਮੇਂ ਉਸ ਨੂੰ ਜਗਸੀਰ ਦੀ ਸੁਪਨੇ ਵਾਲੀ ਗੱਲ ਦਾ ਖਿਆਲ ਆਉਂਦਾ ਹੈ। ਇਸ ਕਰਕੇ ਉਸ ਦੀ ਤੋਰ ਹੋਰ ਹੌਲੀ ਹੋ ਜਾਂਦੀ ਹੈ, ਭਾਵ ਕਿ ਉਸ ਨੂੰ ਸੰਤੋ ਦੀ ਯਾਦ ਆਉਂਦੀ ਹੈ। ਠੀਕ ਹੈ, ਨੈਕਸਟ ਦੇਖੋ, ਰੌਣਕੀ ਦੇ ਜਾਣ ਪਿੱਛੋਂ ਜਗਸੀਰ ਨੂੰ ਆਪਣੇ ਅੰਦਰ ਖੋਹ ਜਹੀ ਪੈਂਦੀ ਜਾਪੀ। ਉਹ ਉੱਠ ਕੇ ਬਹਿ ਗਿਆ। ਇੰਜ ਜਾਪਦਾ ਸੀ ਕਿ ਉਹ ਕਿਸੇ ਗੱਲੋਂ ਉੱਧਰ ਗਿਆ ਸੀ, ਸ਼ਾਇਦ ਕੰਮ ਵੱਲੋਂ। ਅਹੁਲ ਕੇ ਉਹ ਉੱਠ ਖੜੋਤਾ ਤੇ ਤੌੜੇ ਵਿੱਚੋਂ ਗੜੇ ਵਰਗਾ ਠੰਡਾ ਕਈ ਦਿਨਾਂ ਦਾ ਬੇਹਾ ਪਾਣੀ ਲੈ ਕੇ ਮੂੰਹ ਧੋਣ ਲੱਗ ਪਿਆ। ਮੂੰਹ ਧੋ ਕੇ ਹੱਥ ਕੋ ਦਸਤੇ ਵਾਲਾ ਇੱਕ ਕਸੀਆ ਚੁੱਕਿਆ ਤੇ ਬਾਹਰ ਨੂੰ ਤੁਰ ਪਿਆ। ਪਰ ਘਰੋਂ ਨਿਕਲਦਿਆਂ ਹੀ ਠੰਡੀ ਹਵਾ ਦਾ ਇੱਕ ਬੁੱਲਾ ਆਇਆ ਤੇ ਉਹਨੂੰ ਧੁੜ-ਧੁੜੀ ਆ ਗਈ। ਉੱਤੇ ਲਏ ਖੇਸ ਦੀ ਬੁੱਕਲ ਸੂਤ ਕਰਕੇ ਮਾਰਦਿਆਂ ਖੇਸ ਦਾ ਪੱਲਾ ਉਸ ਸਾਰੇ ਮੂੰਹ ਉੱਤੇ ਵਲੇਟ ਲਿਆ, ਪਰ ਕਾਂਬਾ ਅਜੇ ਵੀ ਨਹੀਂ ਸੀ ਹਟਿਆ। ਹੁਣ ਦੇਖੋ ਬੇਟਾ, ਜਦੋਂ ਰੌਣਕੀ ਜਗਸੀਰ ਦੇ ਘਰ ਤੋਂ ਚਲਾ ਜਾਂਦਾ ਹੈ ਤਾਂ ਉਸ ਸਮੇਂ ਜਗਸੀਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਉਹ ਆਪਣੇ ਕੰਮ ਵੱਲੋਂ ਉੱਧਰ ਗਿਆ ਹੈ। ਠੀਕ ਹੈ, ਇਸ ਲਈ ਸਭ ਤੋਂ ਪਹਿਲਾਂ ਉਹ ਤੌੜੇ ਵਿੱਚ, ਤੌੜਾ ਜਿਵੇਂ ਕੋਈ ਮਿੱਟੀ ਦਾ ਬਰਤਨ ਹੈ, ਠੀਕ ਹੈ, ਉਸ ਵਿੱਚ ਜੋ ਠੰਡਾ ਪਾਣੀ ਪਿਆ ਸੀ, ਕਾਫੀ ਦਿਨਾਂ ਦਾ ਬੇਹਾ ਪਾਣੀ ਸੀ, ਉਸ ਦੇ ਨਾਲ ਆਪਣਾ ਮੂੰਹ ਹੱਥ ਧੋਂਦਾ ਹੈ। ਠੀਕ ਹੈ, ਤੇ ਆਪਣਾ ਛੋਟੇ ਜਿਹੇ ਦਸਤੇ ਵਾਲਾ, ਹੁਣ ਇੱਥੇ ਲਾਈਨ ਆਈ ਹੱਥ ਕੋ ਦਸਤੇ ਵਾਲਾ, ਮਤਲਬ ਕਿ ਜਿਸ ਦਾ ਦਸਤਾ ਹੱਥ ਜਿੰਨਾ ਸੀ ਸਾਈਜ਼ ਦੇ ਅਕੋਰਡਿੰਗ। ਠੀਕ ਹੈ, ਹੱਥ ਕੋ ਦਸਤੇ ਵਾਲਾ ਕਸੀਆ ਚੁੱਕ ਕੇ ਬਾਹਰ ਨੂੰ ਤੁਰ ਪੈਂਦਾ ਹੈ। ਪਰ ਜਦੋਂ ਘਰ ਤੋਂ ਨਿਕਲਦਾ ਹੈ ਤੇ ਅਚਾਨਕ ਇੱਕ ਠੰਡੀ ਹਵਾ ਦਾ ਬੁੱਲਾ ਆਉਂਦਾ ਹੈ ਤੇ ਇਸ ਕਾਰਨ ਉਸ ਨੂੰ ਧੁੜ-ਧੁੜੀ ਜੀ ਆ ਜਾਂਦੀ ਹੈ। ਬੇਸ਼ੱਕ ਉਹ ਆਪਣੇ ਖੇਸ ਦੀ ਬੁੱਕਲ ਚੰਗੀ ਤਰ੍ਹਾਂ ਮਾਰਦਾ ਹੈ, ਪਰ ਫਿਰ ਵੀ ਉਸ ਦਾ ਕਾਂਬਾ ਅਜੇ ਤੱਕ ਨਹੀਂ ਹਟਿਆ ਸੀ। ਠੀਕ ਹੈ, ਨੈਕਸਟ ਦੇਖੋ, ਜਦੋਂ ਉਹ ਰੌਣਕੀ ਦੀ ਕੋਠੜੀ ਕੋਲ ਆਇਆ ਤਾਂ ਅੰਦਰ ਅੱਗ ਮੱਚਦੀ ਵੇਖ ਕੇ ਸੇਕਣ ਨੂੰ ਚਿੱਤ ਕੀਤਾ ਤੇ ਉਹ ਕੋਠੜੀ ਅੰਦਰ ਜਾ ਵੜਿਆ। ਰੌਣਕੀ ਇੱਟਾਂ ਦੇ ਚੁੱਲ੍ਹੇ ਉੱਤੇ ਪਾਣੀ ਦਾ ਪਤੀਲਾ ਰੱਖੀ ਹੇਠਾਂ ਕੱਖ ਖਾਣ ਨਾਲ ਅੱਗ ਬਾਲੀ ਜਾਂਦਾ ਸੀ। ਸਾਰੀ ਕੋਠੜੀ ਧੂਏ ਨਾਲ ਭਰੀ ਹੋਈ ਸੀ। ਜਗਸੀਰ ਅੰਦਰ ਵੜਿਆ ਤਾਂ ਰੌਣਕੀ ਨੂੰ ਕੋਈ ਪਤਾ ਨਾ ਲੱਗਿਆ ਤੇ ਉਹ ਸਲਾਬੇ ਬਾਲਣ ਨੂੰ ਗਾਲਾਂ ਕੱਢਦਾ ਆਪ ਮੁਹਾਰਾ ਹੀ ਬੋਲੀ ਗਿਆ। ਹੁਣ ਦੇਖੋ, ਇੱਥੇ ਦੱਸਿਆ ਹੈ ਕਿ ਜਦੋਂ ਜਗਸੀਰ ਰੌਣਕੀ ਦੀ ਕੋਠੜੀ ਕੋਲ ਪਹੁੰਚਦਾ ਹੈ ਤਾਂ ਉਸ ਸਮੇਂ ਉਹ ਵੇਖਦਾ ਹੈ ਕਿ ਉਸ ਦੀ ਕੋਠੜੀ ਦੇ ਅੰਦਰ ਅੱਗ ਮੱਚ ਰਹੀ ਸੀ, ਅੱਗ ਬਾਲ ਰਹੀ ਸੀ, ਤੇ ਇਹ ਵੇਖ ਕੇ ਜਗਸੀਰ ਦਾ ਮਨ ਵੀ ਅੱਗ ਸੇਕਣ ਨੂੰ ਕਰਦਾ ਹੈ। ਠੀਕ ਹੈ, ਇਸ ਲਈ ਉਹ ਕੋਠੜੀ ਦੇ ਅੰਦਰ ਚਲਾ ਜਾਂਦਾ ਹੈ ਅਤੇ ਉਹ ਵੇਖਦਾ ਹੈ ਕਿ ਰੌਣਕੀ ਨੇ ਇੱਟਾਂ ਦੇ ਚੁੱਲ੍ਹੇ ਉੱਪਰ ਚਾਹ ਬਣਾਉਣ ਲਈ ਪਾਣੀ ਦਾ ਪਤੀਲਾ ਰੱਖਿਆ ਹੋਇਆ ਸੀ, ਪਰ ਬਾਲਣ ਜੋ ਸੀ ਸਲਾਬਿਆ ਸੀ, ਗਿੱਲਾ ਸੀ, ਇਸ ਕਰਕੇ ਸਾਰੀ ਕੋਠੜੀ ਵਿੱਚ ਧੂੰਆਂ ਹੋਇਆ ਪਿਆ ਸੀ ਤੇ ਇਸ ਧੂਏ ਦੇ ਕਾਰਨ ਹੀ ਰੌਣਕੀ ਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਜਗਸੀਰ ਉਸ ਦੀ ਕੋਠੜੀ ਦੇ ਅੰਦਰ ਆ ਗਿਆ ਹੈ। ਠੀਕ ਹੈ, ਓਕੇ ਬੇਟਾ, ਇੱਥੇ ਤੱਕ ਸਾਡੀ ਕਾਂਡ ਨੰਬਰ 14 ਦੇ ਪੇਜ ਨੰਬਰ 92 ਦੀ ਰੀਡਿੰਗ ਕੰਪਲੀਟ ਹੋ ਗਈ ਹੈ ਅਤੇ ਇਹ ਪੇਜ ਤੁਸੀਂ ਦੁਬਾਰਾ ਰਿਵਾਈਜ਼ ਕਰਨਾ ਹੈ ਤੇ ਨਾਲ ਹੀ ਪੇਜ ਨੰਬਰ 93, 94 ਤੇ 95 ਦੇ ਵਰਡ ਮੀਨਿੰਗ ਵੀ ਪਲਾਨ ਕਰਨੇ ਹਨ। ਓਕੇ ਬੇਟਾ, ਥੈਂਕ ਯੂ।